एक टैक्नीकल पहलू है क्योंकि आम तौर पे जो ਅਸੀਂ देखते हैं कि 6 महीने का समा हर नागरिक ਦੇ ਕੋਲ ਹੁੰਦਾ कि जेकर ਉਹ दूसरे मुल्क ਦੇ ਵਿੱਚ ਗਿਆ ਤਾਂ 6 ਮਹੀਨਿਆਂ ਦੇ ਵਿੱਚ ਉਸਨੂੰ ਇੱਕ ਵਾਰ ਮੁੜ ਤੋਂ ਆਪਣੇ ਮੁਲਕ ਦੇ ਵਿੱਚ ਜਾ ਕੇ ਜੋ ਹੈ ਉੱਥੇ ਦੀ ਐਮਬੈਸੀ ਨੂੰ ਇਨਫੋਰਮ ਕਰਨਾ ਪੈਂਦਾ। ਪਰ ਹੁਣ ਇੱਥੇ ਇਹ ਦੇਖਣ ਵਾਲੀ ਗੱਲ ਹੈ ਕਿ ਕਿਉਂਕਿ ਜਿਹੜਾ ਅਮਰਿਤਪਾਲ ਸਿੰਘ ਦਾ ਵਿਆਹ ਆ ਉਹ ਫਰਵਰੀ ਮਹੀਨੇ ਦੇ ਵਿੱਚ ਹੁੰਦਾ, ਪਰ ਕਿ ਕਿਰਨਦੀਪ ਕੌਰ ਭਾਰਤ ਫਰਵਰੀ ਦੇ ਵਿੱਚ ਆਈ ਸੀ ਜਾਂ ਫਿਰ ਉਸ ਤੋਂ ਪਹਿਲਾਂ ਆਈ ਹੈ, ਤਾਂ ਇਸ ਕਰਕੇ ਇਹ ਜਿਹੜਾ ਇੱਕ ਟੈਕਨੀਕਲ ਪਹਿਲੂ ਹੈ ਜੋ ਕਿ ਉਸਦੇ ਵੀਜ਼ੇ ਤੋਂ ਹੀ ਪਤਾ ਲੱਗ ਸਕਦਾ ਕਿ ਉਸਦਾ ਵੀਜ਼ਾ ਜਿਹੜਾ ਉਹ ਕਦੋਂ ਲੱਗਿਆ ਸੀ ਭਾਰਤ ਦਾ, ਔਰ ਭਾਰਤ ਦੇ ਵਿੱਚ ਆਉਣ ਤੋਂ ਬਾਅਦ ਉਸਨੇ ਕਿੰਨੇ ਮਹੀਨੇ ਇੱਥੇ ਗੁਜ਼ਾਰੇ, ਔਰ ਕੀ ਅੱਜ ਜੋ ਉਸਦਾ ਉੱਥੇ ਜਾਣ ਦਾ ਕਾਰਨ ਇਹੀ ਹੈ ਕਿ ਇੱਕ ਜਿਹੜੀ ਫਾਰਮੈਲਿਟੀ ਹੈ ਜਾਂ ਫਿਰ ਇੱਕ ਜਿਹੜੀ ਔਪਚਾਰਿਕਤਾ ਜ਼ਰੂਰੀ ਜਾਂ ਫਿਰ ਕੋਈ ਹੋਰ ਵਜ੍ਹਾ ਹੈ। ਤਾਂ ਇਸੇ ਕਰਕੇ ਹੀ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਸਾਰੀ ਜਿੰਨੇ ਵੀ ਹੋਰ ਯਾਤਰੀ ਨੇ ਫਲਾਈਟ ਦੇ ਵਿੱਚ ਜਾਣ ਵਾਲੇ ਕਿਸੇ ਨੂੰ ਵੀ ਰੋਕਿਆ ਨਹੀਂ ਗਿਆ, ਸਿਰਫ ਤੇ ਸਿਰਫ ਅਮਰਿਤਪਾਲ ਦੀ ਪਤਨੀ ਨੂੰ ਹੀ ਰੋਕ ਕੇ ਉਸਦੇ ਕੋਲੋਂ ਜਿਹੜੀ ਹੈ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਉਸਦੇ ਵਿੱਚ ਇਹ ਵੀ ਇੱਕ ਸਵਾਲ ਜ਼ਰੂਰ ਹੋਏਗਾ ਕਿ ਕੀ ਟੈਕਨੀਕਲ ਜਿਹੜਾ ਕੋਈ ਕਾਰਨ ਹੈ ਉਸ ਕਰਕੇ ਉਹ ਜਾ ਰਹੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਹੈ, ਕਿਉਂਕਿ ਇੱਕ ਪਾਸੇ ਲਗਾਤਾਰ ਪੂਰੀ ਦੁਨੀਆ ਭਰ ਦੇ ਵਿੱਚ ਅਮਰਿਤਪਾਲ ਸਿੰਘ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤਾਂ ਕਿਤੇ ਨਾ ਕਿਤੇ ਪਰਿਵਾਰ ਜਾਂ ਫਿਰ ਜਿਹੜੇ ਕਾਨੂੰਨੀ ਸਲਾਹਕਾਰ ਨੇ ਉਹਨਾਂ ਦੇ ਕਿਤੇ ਉਹਨਾਂ ਵੱਲੋਂ ਇਹ ਰਾਏ ਨਾ ਦਿੱਤੀ ਗਈ ਹੋਵੇ ਕਿ ਜੇਕਰ ਉਹ ਉੱਥੋਂ ਦੀ ਨਾਗਰਿਕ ਹੈ ਤਾਂ ਉਹ ਉੱਥੇ ਜਾ ਕੇ ਆਪਣੇ ਪਤੀ ਦੇ ਲਈ ਕੋਈ ਕਾਨੂੰਨੀ ਚਾਰਾਜੋਈ ਜਿਹੜੀ ਹੈ ਉਹ ਕਰ ਸਕਦੀ ਹੈ। ਤਾਂ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ, ਪਰ ਇਸ ਨੂੰ ਵੀ ਜੋ ਹੈ ਜਾਂਚ ਏਜੰਸੀਆਂ ਵੱਲੋਂ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਲਗਾਤਾਰ। ਇਸ ਵੇਲੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਿਹੜੇ ਅੰਦਰ ਹੀ ਉਹ ਮੌਜੂਦ ਹੈ, ਔਰ ਉੱਥੇ ਅਮੂਮਨ ਜਿਹੜੇ ਕਿਉਂਕਿ ਜਦੋਂ ਵੀ ਕੋਈ ਵੱਡਾ ਮਾਮਲਾ ਦੇਸ਼ ਦੇ ਵਿੱਚ ਹੁੰਦਾ ਹੈ ਤਾਂ ਸਾਰੇ ਦੇਸ਼ ਦੇ ਜਿੰਨੇ ਵੀ ਹਵਾਈ ਅੱਡੇ ਨੇ ਉਹਨਾਂ ਤੇ ਇਸ ਖਾਸ ਸੂਚਨਾ ਦਿੱਤੀ ਜਾਂਦੀ। ਹਾਲਾਂਕਿ ਜਿਹੜੇ ਅਪਰਾਧੀ ਹੁੰਦੇ ਨੇ ਉਹਨਾਂ ਦੇ ਖਿਲਾਫ ਜਿਹੜਾ LOC ਜਾਰੀ ਕੀਤਾ ਜਾਂਦਾ, ਪਰ ਕਿਉਂਕਿ ਅਮਰਿਤਪਾਲ ਸਿੰਘ ਦੀ ਪਤਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਹਾਲੇ ਤੱਕ ਐਸਾ ਗੰਭੀਰ ਇਲਜ਼ਾਮ ਜਾਂ ਕੋਈ ਐਸੀ ਨਹੀਂ, ਤੇ ਇਸ ਕਰਕੇ ਸਿਰਫ ਤੇ ਸਿਰਫ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਸਦੀ ਵਜ੍ਹਾ ਕੀ ਹੈ ਜੇ ਉਹ ਇੱਕਦਮ ਜਿਹੜਾ ਉਸਦਾ ਪ੍ਰੋਗਰਾਮ ਬਣਿਆ ਹੈ ਇੰਗਲੈਂਡ ਜਾਣ ਦਾ, ਜੋ ਹੁਣ ਤੱਕ ਜਾਣਕਾਰੀ ਮਿਲਦੀ। ਹਾਲਾਂਕਿ ਇਹ ਵੀ ਕੁਝ ਦੇਰ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਉਹ ਜਾ ਕਿੱਥੇ ਰਹੀ ਹੈ, ਪਰ ਕਿਉਂਕਿ ਉੱਥੋਂ ਦੀ ਉਹ ਸਿਟੀਜ਼ਨ ਹੈ ਤਾਂ ਜ਼ਿਆਦਾਤਰ ਚਾਂਸਸ ਉੱਥੋਂ ਦੀ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਔਰ ਬਰਮਿੰਗਮ ਜਾਣ ਦੀ ਉਸ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ, ਪਰ ਉਸ ਨੂੰ ਇੱਥੇ ਰੋਕ ਕੇ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ ਸ਼ੁਕਰੀਆ ਰਾਜੀਵ ਫਿਲਹਾਲ ਪੂਰੀ ਜਾਣਕਾਰੀ ਦੇ ਲਈ। ਮੇਰੇ ਸਹਿਯੋਗੀ ਰਣਬੀਰ ਰਾਣਾ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਰਣਬੀਰ, ਸਮਝਣਾ ਚਾਹਾਂਗੇ ਕਿ ਸਵਾਲ ਜਵਾਬ ਤਾਂ ਹੋ ਹੀ ਰਹੇ ਨੇ, ਜੋ ਜ਼ਿਕਰ ਰਾਜੀਵ ਦੇ ਨਾਲ ਵੀ ਅਸੀਂ ਕਰ ਰਹੇ ਸੀ, ਜੋ ਚਰਚਾ ਕਰ ਰਹੇ ਸੀ ਕਿ ਕੋਈ UK ਦਾ ਸਿਟੀਜ਼ਨ ਹੈ ਤੇ ਜੇ ਉਹ ਇੰਡੀਆ ਆਉਂਦਾ ਹੈ ਕਿੰਨੀ ਦੇਰ ਤੱਕ ਲੀਗਲੀ ਰਹਿ ਸਕਦਾ ਹੈ, ਤੇ ਕੀ ਇਹੀ ਵਜ੍ਹਾ ਸੀ ਕਿ ਕਿਰਨਦੀਪ ਕੌਰ ਵਾਪਸ ਜਾ ਰਹੀ ਸੀ? ਬਿਲਕੁਲ, ਜਿਸ ਢੰਗ ਦੇ ਨਾਲ ਕਿਰਨਦੀਪ ਕੌਰ ਜਦੋਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਪਹੁੰਚਦੇ ਨੇ, ਐਂਟਰੀ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਜਦੋਂ ਅੰਦਰ ਜਾਂਦੇ ਨੇ ਤਾਂ ਉਸ ਵੇਲੇ ਉਹਨਾਂ ਨੂੰ ਅਥਾਰਟੀਜ਼ ਦੇ ਵੱਲੋਂ ਰੋਕ ਲਿਆ ਜਾਂਦਾ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ ਜਿਸ ਢੰਗ ਦੇ ਨਾਲ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਬੈਕਗਰਾਉਂਡ ਦੇਖਿਆ ਜਾਵੇ ਜਾਂ ਕਿਰਨਦੀਪ ਕੌਰ ਦਾ ਦੇਖਿਆ ਜਾਵੇ ਤਾਂ ਫਰਵਰੀ ਮਹੀਨੇ ਦੇ ਵਿੱਚ ਦੋਹਾਂ ਦਾ ਵਿਆਹ ਹੁੰਦਾ ਹੈ। 18 ਮਾਰਚ ਤੋਂ ਆਪਰੇਸ਼ਨ ਅੰਮ੍ਰਿਤਪਾਲ ਸ਼ੁਰੂ ਹੋ ਜਾਂਦਾ ਹੈ, ਜਿਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਭਾਲਣ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਤੇ ਉਹਨਾਂ ਦੇ ਬਹੁਤ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ, NSA ਦੇ ਤਹਿਤ ਅਸਾਮ ਭੇਜਿਆ। ਤਾਂ ਇਸ ਦੌਰਾਨ ਅੰਮ੍ਰਿਤਪਾਲ ਦੇ ਘਰ ਵੀ ਪੁਲਿਸ ਜਾਂਦੀ ਰਹੀ ਤੇ ਉਸ ਵੇਲੇ ਵੀ ਕਿਰਨਦੀਪ ਕੌਰ ਘਰ ਦੇ ਵਿੱਚ ਹੀ ਮੌਜੂਦ ਰਹੀ ਤੇ ਇੱਕ ਇੰਟਰਵਿਊ ਦੇ ਵਿੱਚ ਖੁਦ ਕਿਰਨਦੀਪ ਕੌਰ ਨੇ ਖੁਲਾਸਾ ਕੀਤਾ ਸੀ ਕਿ ਉਹ 180 ਦਿਨ ਤੋਂ ਬਾਅਦ ਉਹਨਾਂ ਨੂੰ ਇੰਡੀਆ ਛੱਡਣਾ ਪਵੇਗਾ। ਹਾਲਾਂਕਿ ਉਹ ਕਿਤੇ ਜਾ ਨਹੀਂ ਰਹੇ, ਉਹ ਵਾਪਸ ਵੀ ਆ ਜਾਣਗੇ, ਇਹ ਉਹਨਾਂ ਨੇ ਜ਼ਰੂਰ ਕਿਹਾ ਸੀ, ਪਰ ਉਹਨਾਂ ਨੇ ਇੱਕ ਗੱਲ ਜ਼ਾਹਿਰ ਕੀਤੀ ਸੀ ਕਿ ਇੰਟਰਵਿਊ ਦੇ ਦੌਰਾਨ ਕਿ ਉਹਨਾਂ ਨੂੰ ਜਾਣਾ ਪਏਗਾ, ਨਹੀਂ ਤਾਂ ਓਵਰਸਟੇ ਹੋ ਜਾਏਗੀ, ਕਿਉਂਕਿ ਇਹ ਵੀ ਇੱਕ ਰੂਲ ਰੈਗੂਲੇਸ਼ਨ ਹੁੰਦੇ ਨੇ ਕਿ ਜੇਕਰ ਤੁਸੀਂ NRI ਹੋ, ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੇ ਸਿਟੀਜ਼ਨ ਹੋ ਤਾਂ ਤੁਸੀਂ ਦੂਜੇ ਦੇਸ਼ ਦੇ ਵਿੱਚ ਕਿੰਨਾ ਚਿਰ ਰਹਿ ਸਕਦੇ ਹੋ। ਜਿਵੇਂ ਕੋਈ ਜੇਕਰ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾਂਦਾ ਹੈ, ਟੂਰਿਸਟ ਹੈ, ਤਾਂ ਉਹ ਕਿੰਨੇ ਸਮੇਂ ਲਈ ਰਹਿ ਸਕਦਾ ਹੈ, ਓਵਰਸਟੇ ਨਾ ਹੋਵੇ। ਇਸੇ ਤਰ੍ਹਾਂ ਜਦੋਂ ਕਿਰਨਦੀਪ ਕੌਰ ਪੰਜਾਬ ਆਉਂਦੇ ਨੇ, ਭਾਰਤ ਆਉਂਦੇ ਨੇ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਇੱਥੇ ਸਟੇ ਹੈਗੀ ਹੈ, ਕਿਉਂਕਿ ਪਹਿਲਾਂ ਆਪਾਂ ਨੂੰ ਨਹੀਂ ਪਤਾ ਕਿ ਉਹ ਕਿੰਨੀ ਦੇਰ ਪਹਿਲਾਂ ਆ ਚੁੱਕੇ ਸੀਗੇ ਵਿਆਹ ਤੋਂ, ਕਿਉਂਕਿ ਫਰਵਰੀ ਦੇ ਵਿੱਚ ਵਿਆਹ ਉਹਨਾਂ ਦਾ ਜ਼ਰੂਰ ਹੋਇਆ ਸੀਗਾ ਤੇ ਉਹਨਾਂ ਨੇ ਇੱਕ ਗੱਲ ਜ਼ਰੂਰ ਇੱਕ ਇੰਟਰਵਿਊ ਦੇ ਵਿੱਚ ਕਹੀ ਸੀ ਕਿ ਉਹਨਾਂ ਨੂੰ ਦੇਸ਼ ਛੱਡਣਾ ਪਏਗਾ ਕਿਉਂਕਿ ਓਵਰਸਟੇ ਨਹੀਂ ਕਰ ਸਕਦੇ। ਇਸੇ ਲਈ ਸ਼ਾਇਦ ਹੋ ਸਕਦਾ ਕਿ ਉਹ ਹੁਣ UK ਜਾ ਰਹੇ ਹੋਣ। ਤਾਂ ਪਰ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਉਹ ਪਤਨੀ ਨੇ ਤੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੋਣ ਕਾਰਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਪੁਲਿਸ ਤਾਂ ਭਾਲ ਕਰ ਰਹੀ ਹੈ ਅੰਮ੍ਰਿਤਪਾਲ ਸਿੰਘ ਦੀ। ਅੰਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ ਨੇ
ਤੇ ਜਦੋਂ ਤੁਹਾਡਾ ਇੰਨਾ ਨਜ਼ਦੀਕੀ ਹੋਵੇ, ਕਰੀਬੀ ਹੋਵੇ ਤਾਂ ਜ਼ਾਹਿਰ ਹੈ ਕਿ ਉਸ ਤੋਂ ਪੁੱਛਗਿੱਛ ਪਿਛਲੇ ਸਮੇਂ ਦੇ ਵਿੱਚ ਵੀ ਪੁਲਿਸ ਨੇ ਕੀਤੀ ਸੀ ਕਿ ਜੇਕਰ ਉਸ ਨੂੰ ਕੋਈ ਕਲੂ ਮਿਲ ਜਾਵੇ ਅੰਮ੍ਰਿਤਪਾਲ ਸਿੰਘ ਬਾਰੇ, ਕਿਉਂਕਿ ਕੋਈ ਫੋਨ ਤੇ ਗੱਲਬਾਤ ਹੋਈ ਹੋਵੇ, ਕੋਈ ਮੈਸੇਜ, ਕੋਈ ਚੈਟ, ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ, ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਉਹ ਕਿਉਂ ਜਾ ਰਹੇ ਨੇ, ਕੀ ਉਹ ਵਾਪਸ ਆਉਣਗੇ ਜੇਕਰ ਉਹਨਾਂ ਨੂੰ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ, ਹਾਲਾਂਕਿ ਦੇਖੋ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦਾ ਕਿਸੇ ਪਰਚੇ ਦੇ ਵਿੱਚ, FIR ਦੇ ਵਿੱਚ ਉਹ ਨਾਮ ਨਹੀਂ ਹੈਗਾ, ਨਾ ਉਹ ਕਿਸੇ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ। ਇਸ ਕਰਕੇ ਉਹਨਾਂ ਨੂੰ ਲੀਗਲੀ ਇਸ ਵੇਲੇ ਤੱਕ ਜਿੰਨੀ ਸਾਡੇ ਕੋਲ ਜਾਣਕਾਰੀ ਕਿ ਉਹਨਾਂ ਨੂੰ ਡਿਟੇਨ ਕਰਨਾ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਬਿਲਕੁਲ ਨਹੀਂ ਹੈ। ਹਾਂ, ਪੁੱਛਗਿੱਛ ਜ਼ਰੂਰ ਹੋ ਸਕਦੀ ਹੈ, ਅਥਾਰਟੀਜ਼ ਦੇ ਵੱਲੋਂ ਕੀਤੀ ਜਾ ਸਕਦੀ ਹੈ, ਨਾ ਹੀ ਉਹਨਾਂ ਖਿਲਾਫ ਕੋਈ ਲੁੱਕਆਊਟ ਸਰਕੂਲਰ ਜਾਂ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜਾਰੀ ਹੋਇਆ ਹੈਗਾ, ਇਹ ਨਾ ਉਹ ਕੀਤਾ ਜਾ ਸਕਦਾ ਕਿਉਂਕਿ ਉਹ UK ਦੇ ਸਿਟੀਜ਼ਨ ਨੇ ਤੇ ਹੁਣ ਉਹ ਵਾਪਸ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ। ਪਰ ਜੇਕਰ ਉਹਨਾਂ ਤੇ ਕੋਈ ਇੱਥੇ ਕੇਸ ਹੁੰਦਾ, ਕੋਈ ਉਹ ਕਿਸੇ ਕੇਸ ਦੇ ਵਿੱਚ ਇਨਵੋਲਵ ਹੁੰਦੇ, ਜੇਕਰ ਨਾਮਜ਼ਦ ਹੁੰਦੇ ਤਾਂ ਜ਼ਰੂਰ ਕੋਈ ਗੱਲ ਹੋ ਸਕਦੀ ਸੀਗੀ। ਪਰ ਇੰਨਾ ਜ਼ਰੂਰ ਹੈ ਕਿ 1:30 ਵਜੇ ਦੇ ਕਰੀਬ ਉਹਨਾਂ ਦੀ ਫਲਾਈਟ ਸੀਗੀ, ਜੋ ਸਾਡੇ ਕੋਲੇ ਜਾਣਕਾਰੀ ਹੈ, ਤੇ ਉਹ ਐਂਟਰ ਜਦੋਂ ਹੁੰਦੇ ਨੇ ਬੋਰਡਿੰਗ ਦੇ ਲਈ, ਕਿਉਂਕਿ ਥੋੜੀ ਦੇਰ ਪਹਿਲਾਂ ਤੁਹਾਨੂੰ ਜਾਣਾ ਪੈਂਦਾ 에ਅਰਪੋਰਟ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੰਦਰ ਜਦੋਂ ਜਾ ਰਹੇ ਨੇ, ਲਗੇਜ ਹੈਗਾ ਉਹਨਾਂ ਕੋਲੇ, ਜਦੋਂ ਐਂਟਰੀ ਕਰਦੇ ਨੇ, ਜਦੋਂ ਉੱਥੇ ਉਸ ਵੇਲੇ ਉਹਨਾਂ ਨੂੰ ਰੋਕਿਆ ਜਾਂਦਾ ਹੈ। ਤਾਂ ਹੁਣ ਪੁੱਛਗਿੱਛ ਹੋਈ ਹੈ, ਸਵਾਲ ਜਵਾਬ ਹੋਏ ਨੇ, ਜ਼ਰੂਰ ਸਾਹਮਣੇ ਆਉਣਗੇ ਕਿ ਕੀ ਸਵਾਲ ਜਵਾਬ ਜਿਹੜੇ ਉਸ ਵੇਲੇ ਕੀਤੇ ਗਏ ਨੇ ਤੇ ਕੀ ਨੈਕਸਟ ਹੁੰਦਾ ਕੀ ਹੈ ਇਸ ਦੇ ਵਿੱਚ। ਜੀ ਹਰਸ਼ ਜੀ ਰਣਬੀਰ, ਇਹ ਵੀ ਵੇਖਣ ਵਾਲਾ ਅਹਿਮ ਹੋ ਜਾਏਗਾ ਕਿ ਜੇ 1:30 ਵਜੇ ਦੀ ਫਲਾਈਟ ਸੀ ਤਾਂ ਇਸ ਵੇਲੇ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ ਅੱਧਾ ਘੰਟਾ ਹੀ ਹੈ ਜਿਸ ਦੇ ਵਿੱਚ ਉਹ ਬੋਰਡ ਕਰ ਸਕਦੇ ਨੇ ਫਲਾਈਟ, ਜਾਂ 20 ਮਿੰਟ ਤੋਂ 30 ਮਿੰਟ ਅਸੀਂ ਕਹਿ ਸਕਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਜੇ ਉਹ ਬੋਰਡ ਕਰ ਸਕਦੇ ਨੇ ਫਲਾਈਟ ਤਾਂ ਇਜਾਜ਼ਤ ਜੇ ਦਿੱਤੀ ਜਾਂਦੀ ਹੈ ਤਾਂ ਉਹ ਥੋੜੇ ਹੀ ਸਮੇਂ ਦੇ ਵਿੱਚ ਕਲੀਅਰ ਹੋ ਜਾਏਗਾ। ਬਿਲਕੁਲ, ਪਰ ਸਭ ਦੀਆਂ ਇਸ ਵੇਲੇ ਨਿਗਾਹਾਂ, ਨਜ਼ਰਾਂ ਜ਼ਰੂਰ ਨੇ। ਇੱਕ ਗੱਲ ਹੋਰ, ਜਿਸ ਢੰਗ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਨੇ, ਉਹਨਾਂ ਦੀਆਂ ਕੋਈ ਵੀ ਤਸਵੀਰਾਂ ਪਹਿਲਾਂ ਸਾਹਮਣੇ ਨਹੀਂ ਸੀ ਆਈਆਂ ਹੈਗੀਆਂ, ਤੇ ਹਾਲਾਂਕਿ ਜੇਕਰ ਉਹ ਚਾਹੁੰਦੇ ਤਾਂ ਉਹ ਇੱਥੇ ਵੀ ਆਪਣੀ ਆਇਡੈਂਟੀਟੀ 에ਅਰਪੋਰਟ ਤੇ ਘੱਟੋ ਘੱਟ ਬਾਹਰ ਤਾਂ ਛੁਪਾ ਸਕਦੇ ਸੀਗੇ, ਕਿਉਂਕਿ ਮਾਸਕ ਅਕਸਰ ਤੁਸੀਂ ਜਦੋਂ ਜਾਂਦੇ ਹੋ, ਜਦੋਂ ਤੁਸੀਂ ਟਰੈਵਲ ਕਰਦੇ ਹੋ, ਉਦੋਂ ਅਕਸਰ ਲਾਇਆ ਜਾਂਦਾ ਹੈ। ਪਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਉਸ ਵੇਲੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਮਾਸਕ ਜਾਂ ਨਹੀਂ ਲਾਇਆ ਹੋਏਗਾ। ਤੇ ਦੂਜੀ ਗੱਲ ਇਹ ਵੀ ਇਸ ਦੇ ਵਿੱਚ ਥੋੜਾ ਜਿਹਾ ਹੋਰ ਸਮਝਣਾ ਪਵੇਗਾ ਕਿ ਜਿਸ ਸ਼ਖਸ ਦੇ ਵੱਲੋਂ ਇਹ ਤਸਵੀਰਾਂ ਖਿੱਚੀਆਂ ਗਈਆਂ ਨੇ ਉਹ ਕਿਵੇਂ, ਕਦੋਂ ਖਿੱਚੀਆਂ ਗਈਆਂ ਨੇ, ਕਿਉਂਕਿ ਜਿਹੜੀ ਜਾਣਕਾਰੀ ਮੀਡੀਆ ਤੱਕ ਪਹੁੰਚਦੀ ਹੈ ਉਹ ਥੋੜੀ ਦੇਰ ਬਾਅਦ ਪਹੁੰਚਦੀ ਹੈ ਕਿ ਇਹ ਤਸਵੀਰਾਂ ਜਾਂ ਇਹ ਅੰਮ੍ਰਿਤਪਾਲ ਦੀ ਪਤਨੀ ਨੇ, ਕਿਉਂਕਿ ਹਾਲੇ ਤੱਕ ਕੋਈ ਵੀਡੀਓ ਉਸ ਵੇਲੇ ਦੀ ਸਾਹਮਣੇ ਨਹੀਂ ਆਈ ਹੈਗੀ। ਬਿਲਕੁਲ, ਤਸਵੀਰ ਸਾਹਮਣੇ ਆਈ ਹੈ ਫਿਲਹਾਲ ਦੇ ਲਈ। ਸ਼ੁਕਰੀਆ ਰਣਬੀਰ ਪੂਰੀ ਜਾਣਕਾਰੀ ਦੇ ਲਈ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਅੰਮ੍ਰਿਤਸਰ 에ਅਰਪੋਰਟ ਤੋਂ ਇਸ ਵੇਲੇ ਲਾਈਵ ਜੁੜ ਗਏ ਨੇ। ਰਾਜੀਵ, ਕੀ ਕੁਝ ਹੋਰ ਅਪਡੇਟ ਹੁਣ ਤੱਕ ਮਿਲੀ ਹੈ? ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 1:30 ਵਜੇ ਦੀ ਫਲਾਈਟ ਸੀ ਜਿਸ ਦੇ ਜ਼ਰੀਏ ਕਿਰਨਦੀਪ ਕੌਰ ਨੇ ਜਾਣਾ ਸੀ। ਬਿਲਕੁਲ ਅਰਸ਼ਦੀਪ, ਜੋ ਜਾਣਕਾਰੀ ਮਿਲ ਰਹੀ ਹੈ ਕਿ 1:30 ਵਜੇ ਦੇ ਕਰੀਬ ਹੀ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੋ ਹੈ ਉਹ ਜਾਣੀ ਸੀ। ਪਰ ਉਸ ਤੋਂ ਪਹਿਲਾਂ ਜਿੱਦਾਂ ਹੀ ਜਿਹੜੀਆਂ ਸੁਰੱਖਿਆ ਏਜੰਸੀਆਂ ਇੱਥੇ ਤੈਨਾਤ ਹੁੰਦੀਆਂ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਲਗਾਤਾਰ ਜ਼ਿਕਰ ਕਰ ਰਿਹਾ, ਤਾਂ ਉਹਨਾਂ ਵੱਲੋਂ ਪੁੱਛਗਿੱਛ ਦੇ ਲਈ ਜ਼ਰੂਰ ਜੋ ਹੈ ਕਿਰਨਦੀਪ ਕੌਰ ਨੂੰ ਡਿਟੇਨ ਕੀਤਾ ਗਿਆ। ਇਸ ਵੇਲੇ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਇਹੀ ਜੋ ਅੰਮ੍ਰਿਤਸਰ 에ਅਰਪੋਰਟ ਦਾ ਜਿਹੜਾ ਡਿਪਾਰਚਰ ਹੈ, ਇੱਥੋਂ ਦੀ ਹੀ ਜਿਹੜੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਕਿ ਇਸੇ ਥਾਂ ਤੇ ਜਦੋਂ ਕੋਈ ਵੀ ਜਿਹੜਾ ਯਾਤਰੀ ਹੈ ਜਿਸ ਨੇ ਹਵਾਈ ਅੱਡੇ ਦੇ ਅੰਦਰ ਜਾਣਾ ਹੁੰਦਾ, ਜਿਸ ਤਰ੍ਹਾਂ ਸਾਹਮਣੇ ਇੱਕ ਮਹਿਲਾ ਨਜ਼ਰ ਆ ਰਹੀ ਹੈ ਔਰ ਉਸ ਤੋਂ ਸਾਹਮਣੇ ਪਿੱਛੇ ਤੁਸੀਂ ਦੇਖੋ ਕਿ ਜ਼ਿਆਦਾਤਰ ਜਿਹੜੇ ਯਾਤਰੀ ਨੇ ਉਹ ਇੰਗਲੈਂਡ ਜਾਣ ਵਾਲੇ ਹੀ ਯਾਤਰੀ ਨੇ, ਕਿਉਂਕਿ ਉਸੇ ਫਲਾਈਟ ਦੇ ਵਿੱਚ ਇਹਨਾਂ ਲੋਕਾਂ ਨੇ ਵੀ ਜਾਣਾ। ਤਾਂ ਇਸ ਤਰੀਕੇ ਦੇ ਨਾਲ ਕਿਰਨਦੀਪ ਕੌਰ ਵੀ ਆਮ ਯਾਤਰੀਆਂ ਦੇ ਵਾਂਗ ਇਸ ਲਾਈਨ ਦੇ ਰਾਹੀਂ ਜਿਹੜੀ ਸਿਕਿਉਰਿਟੀ ਚੈੱਕ ਹੁੰਦਾ ਹੈ ਉਹ ਕਰਵਾਉਣ ਤੋਂ ਬਾਅਦ 에ਅਰਪੋਰਟ ਦੇ ਅੰਦਰ ਪਹੁੰਚਦੀ ਹੈ। ਔਰ ਜਿੱਦਾਂ ਹੀ ਜਿਹੜੇ ਇੱਥੇ ਅਧਿਕਾਰੀ ਜਾਂ ਫਿਰ ਇੱਥੇ ਜਿਹੜੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਸੰਬੰਧਿਤ ਜਿਹੜੇ ਆਫੀਸਰ ਨੇ, ਉਹਨਾਂ ਨੂੰ ਜਦੋਂ ਇਹ ਜਾਣਕਾਰੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਤੁਰੰਤ ਕਿਰਨਦੀਪ ਕੌਰ ਨੂੰ ਜੋ ਹੈ ਚੈੱਕ ਇਨ ਤੋਂ ਪਹਿਲਾਂ ਪੁੱਛਗਿੱਛ ਦੇ ਲਈ ਰੋਕਿਆ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇੱਕ ਮਹਿਲਾ ਠੀਕ ਤਰੀਕੇ ਦੇ ਨਾਲ ਆਪਣਾ ਜਿਹੜਾ ਪਾਸਪੋਰਟ ਹੈ, ਹੋਰ ਜਿਹੜੇ ਡਾਕੂਮੈਂਟ ਹੁੰਦੇ ਨੇ, ਉਹ ਇੱਥੇ CISF ਜਿਹੜੀ ਤੈਨਾਤ ਹੁੰਦੀ ਹੈ ਤਾਂ ਉਹਨਾਂ ਨੂੰ ਦਿਖਾਏ ਜਾਂਦੇ ਨੇ। ਤਾਂ ਜਿੱਦਾਂ ਹੀ ਇਹਨਾਂ ਜਿਹੜੇ ਸਿਕਿਉਰਿਟੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਮਿਲਦੀ ਹੈ ਕਿ ਇਹ ਜੋ ਮਹਿਲਾ ਹੈ ਕਿਰਨਦੀਪ ਕੌਰ, ਇਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ, ਤਾਂ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ। ਹਾਲਾਂਕਿ ਜਦੋਂ ਕਿਰਨਦੀਪ ਕੌਰ ਆਪਣੇ ਘਰ ਤੋਂ ਨਿਕਲਦੀ ਹੈ ਜੱਲੂਪੁਰ ਖੇੜਾ ਤੋਂ, ਤਾਂ ਉਸ ਵੇਲੇ ਹੀ ਇਹ ਜਾਣਕਾਰੀ ਜਿਹੜੀ ਅਧਿਕਾਰੀਆਂ ਤੱਕ ਪਹੁੰਚ ਜਾਂਦੀ ਹੈ ਕਿ ਕਿਰਨਦੀਪ ਕੌਰ ਅੱਜ ਆਪਣੇ ਪਿੰਡ ਤੋਂ 에ਅਰਪੋਰਟ ਦੇ ਲਈ ਨਿਕਲੀ ਹੈ ਔਰ 에ਅਰਪੋਰਟ ਤੋਂ ਉਹ ਅੱਜ ਬਰਮਿੰਘਮ ਦੇ ਲਈ ਰਵਾਨਾ ਹੋ ਸਕਦੀ। ਤਾਂ ਤੁਸੀਂ ਦੇਖ ਸਕਦੇ ਕਿ 에ਅਰਪੋਰਟ ਤੇ ਆਮ ਦਿਨਾਂ ਦੀ ਤਰ੍ਹਾਂ ਬਾਕੀ ਜਿੰਨੇ ਵੀ ਲੋਕ ਨੇ, ਯਾਤਰੀ ਨੇ,
ਉਹ ਜਾਂ ਫਿਰ ਕੋਈ ਕਿਸੇ ਨੂੰ ਲੈਣ ਦੇ ਲਈ ਪਹੁੰਚਿਆ ਜਾਂ ਕੋਈ ਕਿਸੇ ਨੂੰ ਸੀ ਆਫ ਕਰਨ ਦੇ ਲਈ ਪਹੁੰਚਿਆ ਤਾਂ ਜੀ। ਸਾਰੇ ਲੋਕ ਇੱਥੇ ਮੌਜੂਦ ਨੇ। ਪਰ ਜੋ ਕਿਰਨਦੀਪ ਕੌਰ ਨੂੰ ਰੋਕਣ ਦਾ ਜਾਂ ਡਿਟੇਨ ਕਰਨ ਦਾ ਇੱਕੋ ਇੱਕ ਮਕਸਦ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੂਰੀ ਦੁਨੀਆ ਭਰ ਦੇ ਵਿੱਚ, ਚਾਹੇ ਉਹ ਅਸੀਂ ਪੰਜਾਬ ਤੋਂ ਇਲਾਵਾ ਹੋਰ ਦੇਸ਼ ਦੇ ਜਿੰਨੇ ਵੀ ਸੂਬੇ ਨੇ ਔਰ ਜਿੰਨੇ ਵੀ ਦੁਨੀਆ ਦੇ ਮੁਲਕ ਨੇ, ਤਾਂ ਹਰ ਕੋਈ ਇਸ ਵੇਲੇ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਵੀ ਹੈ ਔਰ ਹਰ ਕੋਈ ਇਹ ਜਾਣਨਾ ਵੀ ਚਾਹੁੰਦਾ ਕਿ ਆਖਿਰਕਾਰ ਜੇਕਰ ਅੰਮ੍ਰਿਤਪਾਲ ਸਿੰਘ ਦੀ ਹੁਣ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਤਾਂ ਫਿਰ ਅੰਮ੍ਰਿਤਪਾਲ ਸਿੰਘ ਹੈ ਕਿੱਥੇ। ਔਰ ਅਜਿਹੇ ਦੇ ਵਿੱਚ ਉਸ ਦੀ ਜਿਹੜੀ ਧਰਮ ਪਤਨੀ ਹੈ, ਜਿਸ ਦਾ 2 ਮਹੀਨੇ ਤੋਂ ਥੋੜਾ ਜਿਹਾ ਵੱਧ ਸਮਾਂ ਔਰ ਜਲੂਪੁਰ ਖੇੜਾ ਦੇ ਵਿੱਚ ਹੀ ਇਹਨਾਂ ਦੋਵਾਂ ਦਾ ਵਿਆਹ ਹੁੰਦਾ ਔਰ ਉਦੋਂ ਇਹ ਜਾਣਕਾਰੀ ਮਿਲਦੀ ਹੈ ਕਿ ਕਿਰਨਦੀਪ ਕੌਰ ਜੋ ਹੈ ਉਹ ਇੰਗਲੈਂਡ ਦੀ ਜਿਹੜੀ ਹੈ ਸਿਟੀਜ਼ਨ ਹੈ। ਤਾਂ ਇਸ ਕਰਕੇ ਬਾਅਦ ਦੇ ਵਿੱਚ ਇਹ ਵੀ ਸਵਾਲ ਉੱਠੇ ਸੀ ਕਿ ਕਿਰਨਦੀਪ ਕੌਰ ਵਿਦੇਸ਼ ਨਹੀਂ ਜਾਏਗੀ, ਉਹ ਭਾਵੇਂ ਉਸ ਦਾ ਪਤੀ ਇਸ ਵੇਲੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਜਾਂ ਫਿਰ ਕੱਲ ਨੂੰ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਵੀ ਲੈਂਦੀ ਹੈ। ਤਾਂ ਕਿਰਨਦੀਪ ਕੌਰ ਨੇ 1-2 ਆਪਣੇ ਜਿਹੜੇ ਇੰਟਰਵਿਊਜ਼ ਸੀ ਉਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਆਪਣਾ ਜੋ ਪਿੰਡ ਹੈ, ਕਿਉਂਕਿ ਜਦੋਂ ਦੋਵਾਂ ਦਾ ਵਿਆਹ ਹੁੰਦਾ ਤਾਂ ਉਸ ਵੇਲੇ ਵੀ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਰਿਵਰਸ ਮਾਈਗ੍ਰੇਸ਼ਨ, ਯਾਨੀ ਕਿ ਜਿਹੜੇ ਨੌਜਵਾਨ ਪੰਜਾਬ ਦੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤਾਂ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਵਿਦੇਸ਼ਾਂ ਦੀ ਧਰਤੀ ਤੋਂ ਮੁੜ ਆਪਣੇ ਪੰਜਾਬ ਦੇ ਵਿੱਚ ਆਉਣ, ਇੱਥੇ ਆ ਕੇ ਕੰਮਕਾਰ ਕਰਨ। ਤਾਂ ਇਹ ਇੱਕ ਉਸ ਵੇਲੇ ਉਹਨਾਂ ਦਾ ਬਿਆਨ ਸੀ। ਪਰ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਸਮੀਕਰਨ ਬਣੇ, ਜਿਸ ਤਰੀਕੇ ਦਾ ਪੂਰਾ ਜਿਹੜਾ ਘਟਨਾਕ੍ਰਮ ਹੈ ਉਹ ਵਾਪਰਦਾ, ਤਾਂ ਉਸ ਤੋਂ ਬਾਅਦ ਲਗਾਤਾਰ ਸਵਾਲ ਖੜੇ ਹੁੰਦੇ ਨੇ। ਤਾਂ ਇਸ ਵੇਲੇ ਦੀ ਤਾਜ਼ਾ ਅਪਡੇਟ ਇਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫਿਲਹਾਲ ਡਿਟੇਨ ਕੀਤਾ ਗਿਆ, ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਕਿੰਨਾ ਲੰਮਾ ਸਮਾਂ ਇਹ ਪੁੱਛਗਿੱਛ ਚੱਲਦੀ ਹੈ ਕਿ ਜਦੋਂ ਤੱਕ ਫਲਾਈਟ ਦਾ ਸਮਾਂ ਹੈ, ਜੇਕਰ ਉਸ ਤੋਂ ਪਹਿਲਾਂ ਇਹ ਪੁੱਛਗਿੱਛ ਪੂਰੀ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਪਰ ਜੇਕਰ ਇਹ ਪੁੱਛਗਿੱਛ ਲੰਮਾ ਸਮਾਂ ਚੱਲਦੀ ਹੈ ਤਾਂ ਉਸ ਤੋਂ ਬਾਅਦ ਫਿਰ ਇਹ ਵੀ ਜਾਣਕਾਰੀ ਮਿਲ ਸਕਦੀ ਹੈ ਕਿ ਉਸ ਨੂੰ ਰੋਕਿਆ ਗਿਆ, ਉਸ ਨੂੰ ਰੋਕਣ ਦੀ ਵਜ੍ਹਾ ਕੀ ਹੋ ਸਕਦੀ ਹੈ, ਕਿਉਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਹਾਲੇ ਸਵਾਲ ਬਰਕਰਾਰ ਨੇ। ਪਰ ਤਾਜ਼ਾ ਅਪਡੇਟ ਇਸ ਵੇਲੇ ਦੀ ਇਹੀ ਹੈ ਕਿ ਕਿਰਨਦੀਪ ਕੌਰ ਜਦੋਂ ਇਸੇ ਜਗ੍ਹਾ ਦੀ ਉਹ ਤਸਵੀਰ ਹੈ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਜਿੰਨੇ ਵੀ ਯਾਤਰੀ ਜਿਹੜੇ ਨੇ ਜਦੋਂ ਉਹ 에ਅਰਪੋਰਟ ਦੇ ਅੰਦਰ ਦਾਖਲ ਹੋਣ ਲੱਗਦੇ ਨੇ ਤਾਂ ਇੱਥੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਸੰਬੰਧਿਤ ਅਧਿਕਾਰੀ ਮੌਜੂਦ ਰਹਿੰਦੇ ਨੇ। ਚਾਹੇ CSF ਦੀ ਗੱਲ ਕਰੀਏ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ 에ਅਰਪੋਰਟ ਦੀ ਜਿੰਨੀ ਵੀ ਸੁਰੱਖਿਆ ਉਸ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ। ਸਿਕਿਉਰਿਟੀ ਚੈੱਕ ਇੱਥੇ ਕੀਤਾ ਜਾਂਦਾ ਹੈ, ਪਾਸਪੋਰਟ ਦੇਖਿਆ ਜਾਂਦਾ, ਜਿਹੜੇ ਵੈਲਿਡ ਡਾਕੂਮੈਂਟ ਹੋਣ ਉਸ ਤੋਂ ਬਾਅਦ ਹੀ 에ਅਰਪੋਰਟ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਤਾਂ ਜਿੱਦਾਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਕਿ ਕਿਰਨਦੀਪ ਕੌਰ ਇੱਥੇ ਪਹੁੰਚੀ ਹੈ, ਉਸ ਦੀ ਅੱਜ ਫਲਾਈਟ ਹੈ, ਤੁਰੰਤ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ, ਜਿਸ ਤੋਂ ਬਾਅਦ ਕਿਰਨਦੀਪ ਕੌਰ ਨੂੰ ਜਿਹੜੀ ਹੋਰ ਜਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਨੇ, ਜਦੋਂ ਕਿਸੇ ਨੇ ਵਿਦੇਸ਼ ਦੀ ਜਿਹੜੀ ਫਲਾਈਟ ਹੈ ਉਸ ਦੇ ਵਿੱਚ ਜਾਣਾ ਹੁੰਦਾ ਤਾਂ ਪਹਿਲਾਂ ਚੈੱਕ ਇਨ ਕੀਤਾ ਜਾਂਦਾ, ਬੋਰਡਿੰਗ ਪਾਸ, ਹੋਰ ਕਈ ਸਿਕਿਉਰਿਟੀ ਚੈੱਕ ਹੁੰਦੇ ਨੇ। ਤਾਂ ਉਸ ਦੀ ਬਜਾਏ ਕਿਰਨਦੀਪ ਕੌਰ ਨੂੰ ਫਿਲਹਾਲ ਰੋਕਿਆ ਗਿਆ। ਰੋਕ ਕੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ, ਕੀ ਕੁਝ ਪੁੱਛਿਆ ਜਾਂਦਾ ਹੈ, ਕੀ ਗੱਲਬਾਤ ਹੁੰਦੀ ਹੈ, ਇਹ ਜਾਂ ਤਾਂ ਫਿਰ ਜਿਹੜੇ ਸਿਕਿਉਰਿਟੀ ਦੇ ਨਾਲ ਸੰਬੰਧਿਤ ਅਧਿਕਾਰੀ ਨੇ ਉਹ ਦੱਸ ਸਕਦੇ ਨੇ ਜਾਂ ਫਿਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਇਹ ਗੱਲ ਪਤਾ ਲੱਗ ਸਕਦੀ ਕਿ ਆਖਿਰਕਾਰ ਕੀ ਗੱਲਬਾਤ ਜਿਹੜੀ ਹੈ ਉਹ ਇੱਥੇ ਕੀਤੀ ਗਈ, ਕਿਹੜੇ-ਕਿਹੜੇ ਸਵਾਲ ਜਿਹੜੇ ਨੇ, ਕਿਉਂਕਿ ਸੰਬੰਧਿਤ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ। DSP ਪੱਧਰ ਦੇ ਅਧਿਕਾਰੀ ਜਿਹੜੇ ਪੰਜਾਬ ਪੁਲਿਸ ਦੇ, ਕਿਉਂਕਿ ਪੂਰਾ ਜਿਹੜਾ ਮਾਮਲਾ ਉਹ ਅਜਨਾਲਾ ਥਾਣੇ ਦੇ ਨਾਲ ਜੁੜਿਆ ਹੋਇਆ। ਜੇਕਰ ਅਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ, ਦੂਸਰੇ ਪਾਸੇ ਜਿੱਥੇ ਅੰਮ੍ਰਿਤਪਾਲ ਸਿੰਘ ਦਾ ਘਰ ਹੈ ਜਲੂਪੁਰ ਖੇੜਾ ਜਿਹੜਾ ਪਿੰਡ ਹੈ, ਤਾਂ ਉਹ ਥਾਣਾ ਬਿਆਸ ਦੇ ਨਾਲ ਜੁੜਿਆ ਹੋਇਆ। ਔਰ ਇਹ ਸਾਰਾ ਜਿੰਨੇ ਵੀ ਥਾਣੇ ਨੇ, ਚਾਹੇ ਅਸੀਂ 에ਅਰਪੋਰਟ ਥਾਣੇ ਦੀ ਵੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਾਲ ਅੰਮ੍ਰਿਤਸਰ ਜਿਹੜਾ 에ਅਰਪੋਰਟ ਥਾਣਾ ਉਹ ਜ਼ਰੂਰ ਪੁਲਿਸ ਕਮਿਸ਼ਨਰ ਰੇਟ ਦੇ ਅੰਦਰ ਆਉਂਦਾ, ਪਰ ਬਾਕੀ ਜਿੱਥੇ ਵੀ ਹੁਣ ਤੱਕ ਚਾਹੇ ਉਹ 29 ਨੰਬਰ FIR ਦੀ ਗੱਲ ਕਰੀਏ, 39 ਨੰਬਰ FIR ਦੀ ਗੱਲ ਕਰੀਏ, ਤਾਂ ਉਹ ਸਾਰੀਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹੀ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਤਾਂ ਇਸ ਕਰਕੇ ਦਿਹਾਤੀ ਪੁਲਿਸ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ। ਔਰ ਕਿੰਨੀ ਦੇਰ ਗੱਲਬਾਤ ਹੁੰਦੀ ਹੈ, ਡਿਟੇਨ ਕਿੰਨੀ ਦੇਰ ਕੀਤਾ ਜਾਂਦਾ, ਕੀ ਸਵਾਲ ਕੀਤੇ ਜਾਂਦੇ ਨੇ, ਉਹ ਹੁਣ ਜਦੋਂ ਤੱਕ ਇਹ ਪੁੱਛਗਿੱਛ ਖਤਮ ਨਹੀਂ ਹੁੰਦੀ ਉਦੋਂ ਤੱਕ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ। ਪਰ ਤਾਜ਼ਾ ਅਪਡੇਟ ਇਹੀ ਹੈ ਕਿ ਕਿਰਨਦੀਪ ਕੌਰ ਜਦੋਂ ਲੰਡਨ ਦੇ ਲਈ ਫਲਾਈਟ ਲੈਣ ਦੇ ਲਈ ਇੱਥੇ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੂੰ ਜਦੋਂ ਜਾਣਕਾਰੀ ਮਿਲਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਜੋ ਹੈ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ
ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾ ਰਹੀ ਔਰ ਹਾਲੇ ਵੀ ਉਹ ਪੁੱਛਗਿੱਛ ਜਾਰੀ ਹੈ। ਜੀ ਅਰਸ਼ਦੀਪ। ਜੀ ਬਿਲਕੁਲ, ਤਾਂ ਪੁੱਛਗਿੱਛ ਕਿਰਨਦੀਪ ਕੌਰ ਤੋਂ ਹੋ ਰਹੀ ਹੈ। ਅੰਮ੍ਰਿਤਸਰ 에ਅਰਪੋਰਟ ਦੀਆਂ ਤਸਵੀਰਾਂ ਮੇਰੇ ਸਹਿਯੋਗੀ ਦਿਖਾ ਰਹੇ ਨੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਕਿਰਨਦੀਪ ਕੌਰ ਨੂੰ ਰੋਕਿਆ ਗਿਆ ਹੈ। ਪੁੱਛਗਿੱਛ ਹੋ ਰਹੀ ਹੈ। ਯੂਕੇ ਦੀ ਸਿਟੀਜ਼ਨ ਹੈ ਕਿਰਨਦੀਪ ਕੌਰ, ਜਿਸ ਨੇ ਯੂਕੇ ਜਾਣਾ ਸੀ। 1:30 ਵਜੇ ਦੀ ਫਲਾਈਟ ਹੈ ਜੋ ਦੱਸਿਆ ਜਾ ਰਿਹਾ ਹੈ। ਰਾਜੀਵ, ਇਹ ਵੀ ਸਮਝਣਾ ਚਾਹਾਂਗੇ ਕਿ ਜੋ ਤੁਸੀਂ ਜ਼ਿਕਰ ਕੀਤਾ ਕਿ ਜਿਸ ਵੇਲੇ ਵਿਆਹ ਹੋਇਆ ਸੀ ਅੰਮ੍ਰਿਤਪਾਲ ਸਿੰਘ ਦਾ, ਉਸ ਵੇਲੇ ਵੀ ਇਹ ਸਵਾਲ ਕੀਤਾ ਗਿਆ ਕਿ ਕੀ ਉਹਨਾਂ ਦੀ ਪਤਨੀ, ਉਹਨਾਂ ਦਾ ਪਰਿਵਾਰ ਕੀ ਹੁਣ ਪੰਜਾਬ ਦੇ ਵਿੱਚ ਹੀ ਰਹਿਣਗੇ, ਤਾਂ ਉਦੋਂ ਕਿਹਾ ਸੀ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰ ਰਹੇ ਹਾਂ। ਤਾਂ ਕੋਈ ਇਸ ਨੂੰ ਲੈ ਕੇ ਜਾਣਕਾਰੀ ਕਿ ਕਿਰਨਦੀਪ ਕੌਰ, ਜਿਸ ਦਾ ਅੰਮ੍ਰਿਤਪਾਲ ਦੇ ਨਾਲ ਵਿਆਹ ਹੋਇਆ, ਕੋਈ ਸਿਟੀਜ਼ਨਸ਼ਿਪ ਦੇ ਲਈ ਅਰਜ਼ੀ ਦਾਖਲ ਕੀਤੀ ਗਈ ਹੋਵੇ? ਜੀ ਦੇਖੋ, ਇੱਥੇ ਦੋ ਚੀਜ਼ਾਂ ਨੇ। ਇੱਕ ਤਾਂ ਇਹ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਅੰਮ੍ਰਿਤਪਾਲ ਸਿੰਘ ਮੀਡੀਆ ਦੇ ਅੱਗੇ ਆ ਕੇ ਇਹ ਗੱਲ ਕਹਿੰਦੇ ਨੇ ਕਿ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਕਿ ਉਹ ਵਿਦੇਸ਼ ਜਾਣ ਦੀ ਬਜਾਏ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਨੇ ਉਹ ਆਪਣੇ ਪੰਜਾਬ ਤੋਂ ਆਉਣ। ਪਰ ਦੂਸਰੇ ਪਾਸੇ ਤੁਹਾਨੂੰ ਜੇਕਰ ਯਾਦ ਹੋਵੇ ਤਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਯੂਕੇ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਸ ਦੇ ਲਈ ਅਪਲਾਈ ਕੀਤਾ ਗਿਆ। ਹਾਲਾਂਕਿ ਉਹ ਫਾਰਮੈਲਿਟੀ ਕਿੱਥੋਂ ਤੱਕ ਪਹੁੰਚੀ ਉਸ ਦੇ ਲਈ ਕਿਉਂਕਿ ਅੰਬੈਸੀ ਤੱਕ ਹਲੇ ਉਹ ਬਾਅਦ 'ਚ ਜਾਣਕਾਰੀ ਮਿਲੀ ਸੀ ਕਿ ਉਹ ਜਿਹੜੀ ਐਪਲੀਕੇਸ਼ਨ ਉਹ ਪੈਂਡਿੰਗ ਹੈ। ਪਰ ਉਸ ਦੇ ਪਿੱਛੇ ਕੀ ਵਜ੍ਹਾ ਸੀ? ਔਰ ਜੇਕਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੀ ਸੀ, ਆਪਣੇ ਪਿੰਡ ਦੇ ਵਿੱਚ ਹੀ ਰਹਿਣਾ ਚਾਹੁੰਦੀ ਸੀ, ਤਾਂ ਕੀ ਉਸ ਵੱਲੋਂ ਹਾਲੇ ਤੱਕ ਕੋਈ ਐਸੀ ਜਿਹੜੀ ਐਪਲੀਕੇਸ਼ਨ ਹੈ ਉਹ ਇੰਡੀਅਨ ਅੰਬੈਸੀ ਨੂੰ ਦਿੱਤੀ ਹੈ ਜਾਂ ਫਿਰ ਨਹੀਂ? ਇਹੀ ਚੀਜ਼ਾਂ ਜਿਹੜੀਆਂ ਨੇ ਉਹ ਪੁੱਛਗਿੱਛ ਦੇ ਵਿੱਚ ਸਾਹਮਣੇ ਆਉਣਗੀਆਂ ਔਰ ਇਸੇ ਚੀਜ਼ ਨੂੰ ਹੀ ਲੈ ਕੇ ਜੋ ਹੈ ਹੁਣ ਤੱਕ ਸਵਾਲ ਵੀ ਖੜੇ ਹੁੰਦੇ ਰਹੇ ਨੇ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੇ ਇੱਕ ਯੂਕੇ ਸਿਟੀਜ਼ਨ ਦੇ ਨਾਲ ਵਿਆਹ ਕਰਵਾਇਆ ਤਾਂ ਉਸ ਵਿਆਹ ਨੂੰ ਬੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਲੁਕਾ ਕੇ ਰੱਖਿਆ ਗਿਆ। ਜਦੋਂ ਐਨ ਮੌਕੇ ਤੇ ਜਦੋਂ ਅੰਮ੍ਰਿਤਪਾਲ ਸਿੰਘ ਦੇ ਬਾਰੇ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦੀ ਜਿਹੜੀ ਬਰਾਤ ਹੈ ਜਾਂ ਫਿਰ ਜਿਹੜਾ ਵਿਆਹ ਉਹ ਜਲੰਧਰ ਦੇ ਕਿਸੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਹੋਣਾ, ਤਾਂ ਮੌਕੇ ਤੇ ਸਾਰਾ ਕੁਝ ਬਦਲ ਦਿੱਤਾ ਜਾਂਦਾ। ਬਾਅਦ ਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਆਨੰਦ ਕਾਰਜ ਨੇ ਉਹ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੈੜਾ ਦਾ ਹੀ ਜਿਹੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉੱਥੇ ਕਰ ਦਿੱਤੇ ਜਾਂਦੇ ਨੇ। ਉਸ ਦੇ ਪਿੱਛੇ ਵਜ੍ਹਾ ਇਹੀ ਦੱਸੀ ਗਈ ਸੀ ਕਿ ਇਹ ਮੇਰਾ ਨਿੱਜੀ ਮਸਲਾ ਹੈ, ਇਹ ਮੇਰਾ ਪਰਿਵਾਰਕ ਮਸਲਾ, ਮੈਂ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦਾ। ਪਰ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਹੁਣ ਘਟਨਾਕ੍ਰਮ ਹੁੰਦੇ ਜਾ ਰਹੇ ਨੇ, ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਤਾਂ ਉਸ ਤੋਂ ਬਾਅਦ ਲਗਾਤਾਰ ਸਵਾਲ ਵੀ ਜਿਹੜੇ ਨੇ ਉਹਨਾਂ ਦੀ ਲਿਸਟ ਵੀ ਵੱਧਦੀ ਜਾ ਰਹੀ ਹੈ ਔਰ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਹੌਲੀ-ਹੌਲੀ ਪੁਲਿਸ ਦੀ ਜਾਂਚ ਤੋਂ ਬਾਅਦ ਸਪਸ਼ਟ ਹੋਣ ਦੀ ਉਮੀਦ ਹੈ। ਜੀ ਅਰਸ਼ਦੀਪ। ਜੀ ਰਾਜੀਵ, ਤਸਵੀਰਾਂ ਦਿਖਾਉਂਦੇ ਰਹੋ, ਜਿਵੇਂ ਕੋਈ ਅਪਡੇਟ ਹੋਏਗਾ ਫਿਰ ਤੁਹਾਡਾ ਰੁਕ ਕਰਾਂਗੇ। ਕਿਰਨਦੀਪ ਕੌਰ ਤੋਂ ਸਵਾਲ ਜਵਾਬ ਹੋ ਰਹੇ ਨੇ। 1:30 ਵਜੇ ਦੀ ਫਲਾਈਟ ਹੈ। ਕੀ ਕਿਰਨਦੀਪ ਕੌਰ ਨੂੰ ਬੋਰਡ ਕਰਨ ਦੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ, ਇਹ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ। ਯੂਕੇ ਦੀ ਸਿਟੀਜ਼ਨ ਹੈ ਕਿਰਨਦੀਪ ਕੌਰ, ਜਿਸ ਤੋਂ ਸਵਾਲ ਜਵਾਬ ਅੰਮ੍ਰਿਤਸਰ 에ਅਰਪੋਰਟ ਤੇ ਹੋ ਰਹੇ ਨੇ। ਅੰਮ੍ਰਿਤਸਰ 에ਅਰਪੋਰਟ ਤੇ ਕਿਰਨਦੀਪ ਕੌਰ ਨੂੰ ਰੋਕਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਵੇਲੇ ਸਵਾਲ ਜਵਾਬ ਕੀਤੇ ਜਾ ਰਹੇ ਨੇ। ਅੰਮ੍ਰਿਤਪਾਲ ਦੀ ਤਲਾਸ਼ ਪੰਜਾਬ ਪੁਲਿਸ ਕਰ ਰਹੀ ਹੈ। ਇਸ ਵੇਲੇ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ, ਲੇਕਿਨ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਇਸ ਸਭ ਦੇ ਦੌਰਾਨ 2 ਵੀਡੀਓਜ਼ ਵੀ ਅੰਮ੍ਰਿਤਪਾਲ ਨੇ ਜਾਰੀ ਕੀਤੇ ਜੋ ਵਿਦੇਸ਼ਾਂ ਤੋਂ ਅਪਲੋਡ ਕੀਤੇ ਗਏ। IP ਐਡਰੈਸ ਵਿਦੇਸ਼ਾਂ ਦੇ ਸੀ। ਅੰਮ੍ਰਿਤਪਾਲ ਦੀ ਤਲਾਸ਼ ਅਜੇ ਵੀ ਹੋ ਰਹੀ ਹੈ ਤੇ ਇਸ ਵਿਚਾਲੇ ਕਿਰਨਦੀਪ ਕੌਰ, ਅੰਮ੍ਰਿਤਪਾਲ ਦੀ ਪਤਨੀ, ਯੂਕੇ ਜਾ ਰਹੀ ਸੀ, ਜਿਸ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਰੋਕਿਆ ਗਿਆ ਹੈ। ਸਵਾਲ ਜਵਾਬ ਕਿਰਨਦੀਪ ਕੌਰ ਤੋਂ ਕੀਤੇ ਜਾ ਰਹੇ ਨੇ। ਅੰਮ੍ਰਿਤਸਰ 에ਅਰਪੋਰਟ ਤੇ ਕਿਰਨਦੀਪ ਕੌਰ ਤੋਂ ਸਵਾਲ ਜਵਾਬ ਇਸ ਵੇਲੇ ਕੀਤੇ ਜਾ ਰਹੇ ਨੇ। 1:30 ਵਜੇ ਦੀ ਫਲਾਈਟ ਹੈ। ਕੀ ਫਲਾਈਟ ਬੋਰਡ ਕਰਨ ਦੀ ਇਜਾਜ਼ਤ ਮਿਲਦੀ ਹੈ? ਕਿਉਂਕਿ ਇਸ ਨੂੰ ਲੈ ਕੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਜਦੋਂ ਕੋਈ ਵਿਦੇਸ਼ੀ ਨਾਗਰਿਕ ਹੈ ਤਾਂ ਕਿਸੇ ਦੂਸਰੇ ਦੇਸ਼ ਦੇ ਵਿੱਚ ਉਹ ਕਿੰਨੀ ਦੇਰ ਰਹਿ ਸਕਦਾ ਹੈ ਲੀਗਲੀ, ਉਸ ਨੂੰ ਲੈ ਕੇ ਰੂਲਸ ਰੈਗੂਲੇਸ਼ਨਸ ਹੁੰਦੇ ਨੇ। ਤੇ ਕੀ ਇਸੇ ਕਰਕੇ ਕਿਰਨਦੀਪ ਕੌਰ ਨੇ ਵਾਪਸ ਜਾਣਾ ਸੀ? ਕਿੰਨੀ ਦੇਰ ਤੋਂ ਉਹ ਇੰਡੀਆ ਦੇ ਵਿੱਚ ਸੀ? ਇਹ ਵੀ ਅਜੇ ਸਵਾਲ ਹੈ। ਤਾਂ ਕਿ ਇਸੇ ਕਰਕੇ ਉਹ ਵਾਪਸ ਪਰਤ ਰਹੀ ਸੀ, ਯੂਕੇ ਵਾਪਸ ਜਾਣਾ ਸੀ? ਤਾਂ ਇਹ ਅਜੇ ਇਸ ਸਭ ਨੂੰ ਲੈ ਕੇ ਪੁੱਛਗਿੱਛ ਹੋ ਰਹੀ ਹੈ ਤੇ ਕੀ ਉਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਇਹ ਵੀ ਸਵਾਲ ਬਣਿਆ ਹੋਇਆ। ਅੰਮ੍ਰਿਤਸਰ 에ਅਰਪੋਰਟ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ, ਜਿੱਥੇ ਇਸ ਵੇਲੇ ਕਿਰਨਦੀਪ ਕੌਰ ਨੂੰ ਰੋਕਿਆ ਗਿਆ ਹੈ ਤੇ ਪੁੱਛਗਿੱਛ ਹੋ ਰਹੀ ਹੈ, ਸਵਾਲ ਜਵਾਬ ਹੋ ਰਹੇ ਨੇ।